ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਟੂ ਦੀ ਚੈਨਲ ਆਫ ਆਪਟੀਮਿਸਟਿਕ ਫੋਰਸ ਮਾਈ ਨੇਮ ਇਜ਼ ਅਮਨੀਤ ਸਿੰਘ ਆਈ ਐਮ ਦੀ ਫਾਊਂਡਰ ਐਂਡ ਐਮਡੀ ਆਫ ਆਪਟੀਮਿਸਟਿਕ ਫੋਰਸ ਆਈਲਸ ਐਂਡ ਪੀਟੀ ਇੰਸਟੀਟਿਊਟ ਸੋ ਤੁਹਾਡੇ ਸਾਰਿਆਂ ਨਾਲ ਅੱਜ ਮੈਂ ਇੱਕ ਵਿਸ਼ੇ ਤੇ ਗੱਲ ਕਰਨ ਜਾ ਰਿਹਾ ਉਹ ਵਿਸ਼ਾ ਇਹ ਹੈ ਵੀ ਅਗਰ ਤੁਸੀਂ ਆਪਣਾ ਬਿਜ਼ਨਸ ਅੱਜ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇੱਕ ਤਰੀਕੇ ਨਾਲ ਉਹ ਬਹੁਤ ਸੌਖਾ ਹੈ ਹਾਲਾਂਕਿ ਬਹੁਤ ਔਖਾ ਆ 95% ਆਫ ਦ ਬਿਜ਼ਨਸਿਸ ਫੇਲ ਇਨ ਦ ਵੈਰੀ ਫਸਟ ਈਅਰ ਤੁਸੀਂ ਕੋਈ ਬਿਜ਼ਨਸ ਸਟਾਰਟ ਕਰੋਗੇ ਅਤੇ ਇਹ ਰਿਐਲਿਟੀ ਹੈ ਰਿਸਰਚ ਡਾਟਾ ਪਿਆ ਆ ਤੁਸੀਂ ਕੋਈ ਵੀ ਨਵਾਂ ਬਿਜ਼ਨਸ ਕੋਈ ਸਟਾਰਟਅਪ ਸ਼ੁਰੂ ਕਰਦੇ ਹੋ 95% ਸਟਾਰਟਅਪਸ ਪਹਿਲੇ ਸਾਲ ਦੇ ਵਿੱਚ ਬਿਜ਼ਨਸਿਸ ਪਹਿਲੇ ਸਾਲ ਦੇ ਵਿੱਚ ਵੇਸਟ ਖਤਮ ਹੋ ਜਾਣਗੇ ਫੇਲ ਹੋ ਜਾਣਗੇ ਤੁਹਾਡੀ ਸਾਰੀ ਪੈਸੇ ਦੇ ਪੁਆਇੰਟ ਆਫ ਇਨਵੈਸਟਮੈਂਟ ਜਿਹੜੀ ਉਹ ਜ਼ੀਰੋ ਜਾਏਗੀ ਅਤੇ ਜਿਹੜੇ ਬਾਕੀ ਦੇ 5% ਜਿਹੜੇ ਰਹਿ ਜਾਂਦੇ ਨੇ ਉਹ ਵਿਦ ਇਨ ਦ ਨੈਕਸਟ 5 ਈਅਰਸ ਵੀ ਉਹਨਾਂ 'ਚੋਂ ਸਿਰਫ 20% ਐਸੇ ਬਿਜ਼ਨਸਿਸ ਨੇ ਜਿਹੜੇ ਕਿ ਦੇ ਗੋ ਥਰੂ ਜਿਹੜੇ ਕਿ ਸਕਸੈਸਫੁਲ ਹੁੰਦੇ ਨੇ ਤਾਂ ਇਸ ਅਕੋਰਡਿੰਗ ਦੇਖਾਂਗੇ ਤਾਂ ਬਹੁਤ ਔਖਾ ਹੈ ਬਿਜ਼ਨਸ ਸੈਟਅਪ ਕਰਨਾ ਪਰ ਜੋ ਮੈਂ ਤਰੀਕਾ ਤੁਹਾਨੂੰ ਦੱਸਣ ਜਾ ਰਿਹਾ ਅਗਰ ਤੁਸੀਂ ਇਹ ਕੰਮ ਕਰਦੇ ਹੋ ਕਰ ਪਾਉਂਦੇ ਹੋ ਜਿਨ੍ਹਾਂ ਨੇ ਕੀਤੇ ਹੈ ਉਹ ਵੀ ਤੁਸੀਂ ਦੱਸਣਾ ਵੀ ਮੈਂ ਜੋ ਕਹਿ ਰਿਹਾ ਹਾਂ ਠੀਕ ਹੈ ਕਿ ਨਹੀਂ ਹੈ ਇਸ ਵੀਡੀਓ ਦੇ ਕਮੈਂਟ ਬਾਕਸ 'ਚ ਅਤੇ ਇੱਕ ਤਰੀਕਾ ਹੈ ਵੀ ਤੁਸੀਂ ਆਪਣੀ ਸਕਿੱਲ ਨੂੰ ਵਧਾਓ ਤਾਂ ਪਹਿਲੀ ਪੌੜੀ ਹੈ ਸਕਿੱਲ ਵਧਾਉਣਾ ਆਪਣੇ ਅੰਦਰ ਸਕਿੱਲ ਪੈਦਾ ਕਰੋ ਪਹਿਲਾਂ ਤਾਂ ਹੈ ਨਾ ਪੈਦਾ ਕਿੱਦਾਂ ਕੀਤੀ ਜਾਂਦੀ ਹੈ ਜਿਵੇਂ ਫੋਰ ਐਗਜ਼ਾਮਪਲ ਮੈਂ ਦੱਸਦਾ ਮੇਰੇ ਕੋਲ ਸਕਿੱਲ ਕੀ ਹੈ I know how to talk in English, how to write in English, right? Thus, I started to train people in terms of IELTS, PT, TOEFL, CELPIP, and any of the English examinations. ठीक है? Thus, मैं spoken English भी train करना लोगों को भी कितना अपने आप नू improve कर सकते हो for interviews, for group discussions, for any level of interview, right? for immigration purposes. अगर तुसी बाहर interviewer दे मुरे बैठना है कितना गल करनी है, ठीक है? ਤੁਸੀਂ ਕਿਸੇ ਬੈਂਕਿੰਗ ਇੰਸਟੀਟਿਊਟ ਦੇ ਵਿੱਚ ਜਾਣਾ ਚਾਹੁੰਦੇ ਹੋ ਐਗਜ਼ਾਮ ਦੇ ਵਿੱਚ ਇੰਟਰਵਿਊ ਪਾਸ ਕਰਨਾ ਚਾਹੁੰਦੇ ਹੋ ਤੁਸੀਂ ਉਹ ਕਿੱਦਾਂ ਕਰੈਕ ਕਰਨੀ ਹੈ ਨਾ ਸੋ ਹੁਣ ਦੇਖੋ ਇਹਦੇ ਨਾਲ ਮੇਰੇ ਕੋਲ ਹੋਰ ਕੀ ਸਕਿੱਲ ਹੈ ਆਈ ਨੋ ਹਾਊ ਟੂ ਰਾਈਟ SOPs ਸੋ ਮੈਂ SOPs ਲਿਖਣੀਆਂ ਸਿੱਖੀਆਂ ਨੇ ਦੈਨ ਆਈ ਰਾਈਟ SOPs ਫॉर ਪੀਪਲ ਪੇਡ SOPs ਲਿਖੀ ਦੀਆਂ ਨੇ ਜਿਨ੍ਹਾਂ ਦੇ ਵੀਜ਼ੇ ਨਹੀਂ ਆਉਂਦੇ ਰਿਜੈਕਟ ਹੋ ਜਾਂਦੇ ਨੇ SOPs ਕਰਕੇ ਉਹਨਾਂ ਵਾਸਤੇ ਵਧੀਆ SOPs ਲਿਖੀ ਦੀ ਤਾਂ ਕਿ ਉਹਨਾਂ ਦਾ ਕੱਲ੍ਹ ਨੂੰ ਵੀਜ਼ਾ ਆ ਸਕੇ ਉਹਦੇ ਬੇਸ 'ਤੇ ਰਿਜੈਕਟ ਨਾ ਹੋਵੇ ਇਸ ਤੋਂ ਇਲਾਵਾ ਆਈ ਨੋ ਹਾਊ ਟੂ ਪ੍ਰੂਫ ਰੀਡ ਸੋ ਆਈ ਨੋ proofreading content related to PhD stuff है ना PhD ਦੇ ਕੋਈ ਵੀ ਐਸੇ ਟੌਪਿਕਸ ਨੇ ਜਿਹਦੇ ਵਿੱਚ ਟੈਕਨੀਕਲ ਅਵੇਅਰਨੈਸ ਦੀ ਜ਼ਰੂਰਤ ਨਹੀਂ ਹੈ ਮੈਨੂੰ ਤਾਂ ਮੈਂ ਉਹਨਾਂ ਦਾ ਕੰਟੈਂਟ ਨੂੰ ਇੰਗਲਿਸ਼ 'ਚ ਪ੍ਰਪੇਅਰ ਕਰਕੇ ਦੇ ਸਕਦਾ ਆਈ ਕੈਨ ਪ੍ਰੂਫ ਰੀਡ ਐਨੀਥਿੰਗ ਐਨੀ ਕੰਟੈਕਸਟ ਐਨੀ ਰਿਟਨ ਸਟੇਟਮੈਂਟ ਠੀਕ ਹੈ ਸੋ ਇਹਦੇ ਨਾਲ ਜੋ ਵੀ ਇੰਗਲਿਸ਼ ਦੇ ਨਾਲ ਰਿਲੇਟਡ ਹੈ ਆਈ ਕੈਨ ਟਰਾਂਸਲੇਟ ਸੋ ਆਮ ਅ ਪ੍ਰੋਫੈਸ਼ਨਲ ਟਰਾਂਸਲੇਟਰ ਤੁਸੀਂ ਕੋਈ ਕਿਤਾਬ ਟਰਾਂਸਲੇਟ ਕਰਾ ਕੇ ਲਿਖਾਉਣੀ ਹੈ ਆਈ ਕੈਨ ਟਰਾਂਸਲੇਟ ਦੈਟ ਠੀਕ ਹੈ ਤੁਸੀਂ ਰੀਬਿਲਡ ਕਰਾਉਣਾ ਚਾਹੁੰਦੇ ਹੋ ਰੀਸਟਰਕਚਰ ਕਰਾਉਣਾ ਚਾਹੁੰਦੇ ਹੋ ਆਪਣਾ ਕੋਈ ਵੀ ਕੰਟੈਕਸਟ ਆਪਣੀ ਕੋਈ ਵੀ ਬੁੱਕ ਆਪਣਾ ਆਰਟੀਕਲ ਮੈਂ ਉਹ ਕਰ ਸਕਦਾ ਠੀਕ ਹੈ ਹੁਣ ਇਹ ਸਾਰੀ ਚੀਜ਼ਾਂ ਕੀ ਨੇ ਮੈਂ ਓਵਰ ਦ ਈਅਰਸ ਸਿੱਖੀਆਂ ਨੇ ਸਿਰਫ ਇੱਕ ਖੂਬੀ ਦੇ ਨਾਲ ਮੈਨੂੰ ਇੰਗਲਿਸ਼ ਪੜ੍ਹਨ ਦਾ ਸ਼ੌਂਕ ਸੀ ਇੰਗਲਿਸ਼ ਬੋਲਣ ਦਾ ਸ਼ੌਂਕ ਸੀ ਇੰਗਲਿਸ਼ ਲਿਖਣ ਦਾ ਸ਼ੌਂਕ ਸੀ ਸੋ ਮੈਂ ਰੈਕਗਨਾਈਜ਼ ਕੀਤਾ ਵੀ ਮੈਨੂੰ ਆਹ ਪਸੰਦ ਹੈ ਦਸ ਇਹਨੂੰ ਮੈਂ ਆਪਣੀ ਸਕਿੱਲ ਬਣਾ ਲਿੱਤਾ ਸਕਿੱਲ ਕਿੱਦਾਂ ਬਣਾ ਲਿੱਤਾ ਇਹਦੇ 'ਤੇ ਮੈਂ ਬਹੁਤ ਕੰਮ ਕੀਤਾ ਫਿਰ ਮੈਂ ਰੀਅਲਾਈਜ਼ ਕੀਤਾ ਵੀ ਇਹ ਐਸੀ ਸਕਿੱਲ ਹੈ ਜਿਹੜੀ ਕਿ ਬਹੁਤ ਘੱਟ ਬੰਦਿਆਂ ਕੋਲ ਹੈ ਜ਼ਿਆਦਾਤਰ ਇਨਸਾਨ ਜਿਹੜੇ ਨੇ ਇੰਗਲਿਸ਼ ਨਹੀਂ ਜਾਣਦੇ ਅਸਲ 'ਚ ਇੰਗਲਿਸ਼ ਨਹੀਂ ਜਾਣਦੇ ਮਾੜੀ ਮੋਟੀ ਤਾਂ ਚਲੋ ਕੰਮ ਚਲਾਓ ਤਾਂ ਸਾਰੇ ਬੋਲ ਹੀ ਲੈਂਦੇ ਨੇ ਪਰ ਜਿਹੜੀ ਕੰਮ ਦੀ ਇੰਗਲਿਸ਼ ਹੈ ਨਾ ਜਿਸ ਇੰਗਲਿਸ਼ ਦੇ ਨਾਲ ਤੁਸੀਂ ਆਪਣੀ ਸਕਿੱਲ ਨੂੰ ਮੋਨੀਟਾਈਜ਼ ਕਰ ਸਕਦੇ ਉਹ ਨਹੀਂ ਕਿਸੇ ਨੂੰ ਆਉਂਦੀ ਤਾਂ ਮੈਂ ਇਹ ਸਿੱਖੀ ਹੁਣ ਇਹ ਸਾਰੀ ਚੀਜ਼ਾਂ ਮੈਂ ਸਿੱਖੀਆਂ ਨਾ ਮੈਨੂੰ ਕੋਈ ਪਹਿਲੇ ਦਿਨ ਤਾਂ ਨਹੀਂ ਆਉਂਦੀ ਸੀਗੀਆਂ ਜਾਂ ਮੈਂ ਇਹਨੂੰ ਜੰਮ ਕੇ ਤਾਂ ਨਹੀਂ ਲੈ ਕੇ ਆਇਆ ਨਾਲ ਹੈ ਨਾ ਓਵਰ ਦਾ ਟਾਈਮ ਸਿੱਖੀਆਂ ਅਤੇ ਇੱਦਾਂ ਹੀ ਤੁਸੀਂ ਵੀ ਆਪਣੀ ਸਕਿੱਲ ਨੂੰ ਪੈਦਾ ਕਰੋ ਤੁਸੀਂ ਦੇਖੋ ਤੁਹਾਨੂੰ ਕਿਹੜੀ ਚੀਜ਼ ਪਸੰਦ ਹੈ ਜਾਂ ਤੁਹਾਨੂੰ ਨੈਚੁਰਲੀ ਕਿਹੜਾ ਕੰਮ ਕਰਨਾ ਆਉਂਦਾ ਹੈ ਚਾਹੇ ਉਹ ਬਿਜਲੀ ਦਾ ਕੰਮ ਹੀ ਕਿਉਂ ਨਾ ਹੋਵੇ ਦੇਖੋ ਕੋਈ ਕੰਮ ਛੋਟਾ ਨਹੀਂ ਹੁੰਦਾ ਸਾਡੀ ਸਾਰਿਆਂ ਦੀ ਸੋਚ ਹੀ ਛੋਟੀ ਹੈ ਬਸ ਕੰਮ ਨਹੀਂ ਛੋਟਾ ਹੁੰਦਾ ਇੱਥੇ ਆ ਕੇ ਵੀ ਤੁਸੀਂ ਬਾਹਰ ਮੁਲਕਾਂ 'ਚ ਵੀ ਦੇਖ ਲਓ ਸਗੋਂ ਜਿਹੜੇ ਇਹ ਕੰਮ ਨੇ ਨਾ ਛੋਟੇ ਮੋਟੇ ਜਿਹਨੂੰ ਆਪਾਂ ਇੰਡੀਆ 'ਚ ਛੋਟਾ ਮੋਟਾ ਸੋਚਦੇ ਹਾਂ ਇੱਥੇ ਉਹ ਕੰਮਾਂ ਦਾ ਮੁੱਲ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਇੱਕ ਗੱਲ ਨੂੰ ਸਮਝੋ ਅਗਰ ਤੁਹਾਨੂੰ ਬਿਜਲੀ ਦਾ ਕੰਮ ਆਉਂਦਾ ਆ ਤੁਹਾਨੂੰ ਫਲੋਰ ਟਾਈਲਿੰਗ ਦਾ ਕੰਮ ਆਉਂਦਾ ਤੁਹਾਨੂੰ ਕਾਰਪੈਂਟਰੀ ਦਾ ਕੰਮ ਆਉਂਦਾ ਆ ਠੀਕ ਹੈ ਜਾਂ ਤੁਹਾਨੂੰ ਵੈਬਸਾਈਟ ਬਣਾਉਣੀ ਆਉਂਦੀ ਹੈ ਤੁਹਾਨੂੰ ਵੈਬਸਾਈਟ ਡਿਜ਼ਾਈਨ ਕਰਨੀ ਆਉਂਦੀ ਹੈ ਤੁਹਾਨੂੰ ਉਸ ਤੋਂ ਬਾਅਦ ਜੀ ਕਹਿ ਲਓ ਵੈਬ ਡਿਵੈਲਪਮੈਂਟ ਦਾ ਕੰਮ ਆਉਂਦਾ ਆ ਤੁਹਾਨੂੰ ਤੁਸੀਂ ਫਿਟਨੈਸ ਐਂਥੂਸੀਐਸਟ ਹੋ ਠੀਕ ਹੈ ਤੁਸੀਂ ਵਧੀਆ ਬੋਡੀ ਬਣਾਈ ਹੈ ਤੁਸੀਂ ਲੋਕਾਂ ਨੂੰ ਗਾਈਡ ਕਰ ਸਕਦੇ ਹੋ ਹਾਊ ਟੂ ਬਿਲਡ ਗ੍ਰੇਟ ਬੋਡੀ ਫਿਜ਼ੀਕ ਕਿੱਦਾਂ ਬਣਾਉਣੀ ਆ ਹੈ ਨਾ ਤੁਸੀਂ ਬਲਕਿੰਗ ਕਿੱਦਾਂ ਕਰਾਉਣੀ ਹੈ ਅਤੇ ਮਸਲ ਮਾਸ ਕਿੱਦਾਂ ਵਧਾਉਣਾ ਆ ਹਾਊ ਟੂ ਹੈਵ ਗੁੱਡ ਨਿਊਟ੍ਰੀਸ਼ਨ ਇਨ ਯੋਰ ਡਾਇਟ ਤੁਸੀਂ ਉਹਦੇ ਰਿਲੇਟਿਡ ਲੋਕਾਂ ਨੂੰ ਟ੍ਰੇਨ ਕਰ ਸਕਦੇ ਹੋ ਸੋ ਗੱਲ ਨੂੰ ਸਮਝੋ ਮੋਟਾ ਪਹਿਲਾਂ ਆਪਣੇ ਉੱਤੇ ਕੋਈ ਕੰਮ ਕਰੋ ਆਪਣਾ ਹੁਨਰ ਨੂੰ ਪੈਦਾ ਕਰੋ ਜਿੱਦਣ ਤੁਸੀਂ ਆਪਣੇ ਹੁਨਰ ਨੂੰ ਪੈਦਾ ਕਰ ਲਿੱਤਾ ਤੁਹਾਡਾ ਹੁਨਰ ਤੁਹਾਡੇ 'ਚੋਂ ਦਿਸੂਗਾ
ਚਾਹੇ ਉਹ ਬਾਹਰ ਸਰੀਰਕ ਰੂਪ 'ਚ ਹੈ, ਚਾਹੇ ਉਹ ਤੁਹਾਡੇ ਦਿਮਾਗ ਦੇ ਪੁਆਇੰਟ ਆਫ ਵਿਊ 'ਚ ਹੈ। ਹੁਣ ਮੈਂ ਬੋਲ ਕੇ ਦੱਸ ਸਕਦਾ, ਮੈਂ ਲਿਖ ਕੇ ਦੱਸ ਸਕਦਾ ਵੀ ਮੇਰਾ ਹੁਨਰ ਕੀ ਹੈ ਨਾ, ਮੈਂ ਦਿਮਾਗ ਇਸਤੇਮਾਲ ਕਰਕੇ ਦੱਸ ਸਕਦਾ। ਪਰ ਜੇ ਤੁਸੀਂ ਕਹੋਗੇ ਵੀ ਮੈਂ ਆਪਣੇ ਬੋਡੀ ਦੇ ਪੁਆਇੰਟ ਆਫ ਵਿਊ ਤੋਂ ਦੱਸਾਂਗਾ ਤਾਂ ਮੈਂ ਕੋਈ ਬੋਡੀ ਬਿਲਡਰ ਨਹੀਂ ਆ, ਨਾ ਮੇਰੀ ਬਹੁਤੀ ਕੋਈ ਵਧੀਆ ਫਿਜ਼ੀਕ ਹੈ, ਠੀਕ ਹੈ, ਮੈਂ ਆਮ ਸਲਿਮ ਮੈਂ ਇਹ ਕਹਿ ਸਕਦਾ, ਠੀਕ ਹੈ। ਪਰ ਤੁਸੀਂ ਆਪਣੇ ਅੰਦਰ ਦੇਖੋ ਵੀ ਮੈਂ ਕਿਸ ਚੀਜ਼ ਵੱਲ ਮੇਰਾ ਨੈਚੁਰਲੀ ਝੁਕਾਵ ਹੈ, ਤੁਹਾਡੀ ਨੈਚੁਰਲ ਇਨਕਲੀਨੇਸ਼ਨ ਕਿਸ ਚੀਜ਼ ਵਿੱਚ ਹੈ, ਤੁਹਾਨੂੰ ਕੀ ਕਰਨਾ ਪਸੰਦ ਹੈ, ਤੁਸੀਂ ਕੀ ਕਰ ਸਕਦੇ ਹੋ। ਅਤੇ ਜੇ ਤੁਹਾਨੂੰ ਹਜੇ ਇਹ ਵੀ ਨਹੀਂ ਸਮਝ ਆ ਰਿਹਾ ਮੈਂ ਕੀ ਕਰਾਂ, ਤਾਂ ਤੁਸੀਂ ਸਭ ਕੁਝ ਕਰੋ, ਤੁਸੀਂ ਟਰਾਈ ਕਰੋ, ਤੁਸੀਂ 50-100 ਚੀਜ਼ਾਂ ਕਰੋ। ਜਦੋਂ ਤੁਸੀਂ 100 ਚੀਜ਼ਾਂ ਕਰ ਚੁੱਕੇ ਹੋਵੋਗੇ ਨਾ, ਤੁਹਾਨੂੰ ਤਾਂ ਪਤਾ ਚੱਲੂਗਾ ਵੀ ਮੈਨੂੰ ਸਭ ਤੋਂ ਵਧੀਆ ਕੀ ਕਰਨਾ ਹੁੰਦਾ ਅਤੇ ਮੈਨੂੰ ਸਭ ਤੋਂ ਸੌਖਾ ਕੀ ਲੱਗਦਾ ਕਰਨਾ। ਜੋ ਤੁਹਾਨੂੰ ਸਭ ਤੋਂ ਸੌਖਾ ਅਤੇ ਸਭ ਤੋਂ ਵਧੀਆ ਲੱਗਦਾ, ਜਿਹਦੇ ਤੁਸੀਂ ਥੱਕਦੇ ਨਹੀਂ, ਜਿਹਦੇ ਤੁਸੀਂ ਅੱਕਦੇ ਨਹੀਂ, ਤਾਂ ਉਹ ਕੰਮ ਫੜ ਲਓ, ਉਹਦੇ 'ਚ ਮਹਾਰਤ ਹਾਸਿਲ ਕਰੋ। ਹੁਣ ਵੰਸ ਯੂ ਹੈਵ ਦੈਟ ਸਕਿੱਲ, ਰਾਈਟ, ਯੂ ਹੈਵ ਲਰਨਡ ਦੈਟ ਸਕਿੱਲ, ਹੁਣ ਉਹ ਸਕਿੱਲ ਜਿਹੜੀ ਉਹ ਜਾਂਦੀ ਨਹੀਂ ਕਿਤੇ, ਇੱਕ ਵਾਰ ਤੁਸੀਂ ਸਿੱਖ ਲਈ ਕਿਤੇ ਨਹੀਂ ਜਾਏਗੀ। ਹੁਣ ਉਹ ਸਕਿੱਲ ਤੁਹਾਨੂੰ ਨਾ ਕੰਮ ਦਿਵਾਊਗੀ, ਤੁਹਾਨੂੰ ਰੋਜ਼ੀ ਦਿਵਾਊਗੀ। ਹੁਣ ਉਹ ਸਕਿੱਲ ਦੇ ਉੱਤੇ ਨਾਲ, ਉਹ ਸਕਿੱਲ ਦੇ ਨਾਲ ਤੁਸੀਂ ਕੀ ਹੈ, ਹੌਲੀ ਹੌਲੀ ਕਲਾਇੰਟਸ ਫੜਨੇ ਸਿੱਖੋ। ਹੁਣ ਅੱਜ ਦਾ ਜ਼ਮਾਨਾ ਇੰਟਰਨੈਟ ਦਾ, ਦੇਖੋ ਅੱਜ ਹਰ ਇੱਕ ਚੀਜ਼ ਬਹੁਤ ਸੌਖੀ ਹੈ ਸਿੱਖਣੀ। ਇੰਟਰਨੈਟ 'ਤੇ ਜਾਓ, ਖੋਜੋ, ਠੀਕ ਹੈ। ਮੰਨ ਲਓ ਯੂ ਵਾਂਟ ਟੂ ਲਰਨ, ਤੁਸੀਂ ਦੇਖਣਾ ਚਾਹੁੰਦੇ ਹੋ ਵੀ ਕਿਹਨਾਂ ਨੂੰ ਵੈਬ ਡਿਵੈਲਪਮੈਂਟ ਜਾਂ ਵੈਬਸਾਈਟ ਡਿਜ਼ਾਈਨਿੰਗ ਦਾ ਕੰਮ ਚਾਹੀਦਾ, ਤਾਂ ਤੁਸੀਂ ਉੱਥੇ ਲਿਖੋ ਵੈਬ ਡਿਜ਼ਾਈਨਿੰਗ ਜੌਬਸ। ਮੰਨ ਲਓ ਕਿਸੇ ਜਗ੍ਹਾ 'ਚ ਵੀ ਦੇਖਣਾ ਚਾਹੁੰਦੇ ਹੋ, ਇਨ ਪੰਜਾਬ, ਇਨ ਬੈਂਗਲੁਰੂ, ਲੈਟਸ ਸੇ ਇਨ ਮੁੰਬਈ, ਠੀਕ ਹੈ, ਇਨ ਕੈਨੇਡਾ, ਕੁਝ ਵੀ ਸਰਚ ਕਰੋ, ਖੋਜੋ, ਦੇਖੋ ਲੋਕ ਕਿੱਦਾਂ ਕੰਮ ਕਰਦੇ ਮੈਨੂੰ, ਵੀਡੀਓਜ਼ ਨੂੰ ਚੈੱਕ ਆਊਟ ਕਰੋ, ਜੌਬਸ ਕੀ ਨੇ, ਉਹਨਾਂ ਦੀ ਰਿਕੁਆਇਰਮੈਂਟ ਕੀ ਹੈ, ਉਹਨਾਂ ਨੂੰ ਪਿੰਗ ਕਰੋ, ਠੀਕ ਹੈ, ਆਪਣਾ ਅਕਾਊਂਟ ਬਣਾਓ। ਵੈਬਸਾਈਟਸ ਹੈਗੀਆਂ ਨੇ ਅਪਵਰਕ, ਕੋਰਾ, ਇੱਦਾਂ ਦੀ ਬਹੁਤ ਸਾਰੀਆਂ ਵੈਬਸਾਈਟਸ ਨੇ ਜਿੱਥੇ ਤੁਹਾਨੂੰ ਅਗਰ ਕੋਈ ਸਕਿੱਲ ਆਉਂਦੀ ਹੈ ਤਾਂ ਤੁਸੀਂ ਆਪਣੀ ਉੱਥੇ ਪ੍ਰੋਫਾਈਲ ਬਣਾਓ ਅਤੇ ਲੋਕਾਂ ਦਾ ਕੰਮ ਕਰਕੇ ਦਿਖਾਓ। ਇਨੀਸ਼ੀਅਲੀ ਤੁਸੀਂ ਫ੍ਰੀ 'ਚ ਵੀ ਕਰ ਸਕਦੇ ਹੋ, ਤੁਹਾਨੂੰ ਕਰਨਾ ਵੀ ਚਾਹੀਦਾ, ਕੋਈ ਇਹਦੇ ਸ਼ਰਮ ਵਾਲੀ ਗੱਲ ਨਹੀਂ ਹੈ, ਫ੍ਰੀ 'ਚ ਵੀ ਕੰਮ ਕਰ ਦਿਓ, ਕਿਉਂਕਿ ਤੁਸੀਂ ਕੰਮ ਕਰਕੇ ਲੋਕਾਂ ਨੂੰ ਪੱਕਾ ਕਰਨਾ, ਗਾਹਕ ਨੂੰ ਪੱਕਾ ਕਰਨਾ, ਕਿਉਂਕਿ ਤੁਹਾਡੇ ਕੋਲ ਗਾਹਕ ਹੈ ਹੀ ਨਹੀਂ ਹਜੇ। ਪਹਿਲਾਂ ਗਾਹਕ ਪੱਕਾ ਕਰੋ, ਉਹਨੂੰ ਕੰਮ ਕਰਾਓ, ਉਹਦਾ ਕੰਮ ਪੂਰਨ ਕਰਾ ਕੇ ਉਹਦੇ ਤੋਂ ਟੈਸਟੀਮੋਨੀਅਲਸ ਲਓ, ਰਿਟਨ ਫਾਰਮੈਟ ਦੇ ਵਿੱਚ, ਵੀਡੀਓ ਫਾਰਮੈਟ ਦੇ ਵਿੱਚ, ਤਾਂ ਕਿ ਤੁਹਾਡੇ ਕੋਲ ਇੱਕ ਸਬੂਤ ਪੈਦਾ ਹੋਵੇ ਵੀ ਤੁਸੀਂ ਕੋਈ ਕੰਮ ਕਰਨ ਯੋਗ ਹੈਗੇ ਹੋ। ਤੁਹਾਡੀ ਯੋਗਤਾ ਕਿੱਦਾਂ ਪਤਾ ਚੱਲੇਗੀ, ਜਦੋਂ ਤੁਹਾਡੇ ਕੋਲ ਐਕਸਪੀਰੀਅੰਸ ਹੋਏਗਾ ਨਾ। ਹੁਣ ਲੈਟਸ ਸੇ ਤੁਸੀਂ ਬਾਹਰ ਮੁਲਕਾਂ ਜਾਂਦੇ ਹੋ ਜਾਂ ਇੰਡੀਆ 'ਚ ਵੀ ਕਰਦੇ ਹੋ, ਇਹ ਸਾਰੇ ਮੁਲਕ ਤੁਹਾਨੂੰ ਇਹ ਪੁੱਛਦੇ ਨੇ ਨਾ ਵੀ ਡੂ ਯੂ ਹੈਵ ਐਨੀ ਪਾਸਟ ਐਕਸਪੀਰੀਅੰਸ ਇਨ ਦਿਸ ਪਰਟੀਕੂਲਰ ਫੀਲਡ, ਲੈਟਸ ਸੇ ਇਨ ਕੈਨੇਡਾ, ਹੈ ਨਾ। ਜੇ ਤੁਸੀਂ ਕੈਨੇਡਾ ਦੇ ਵਿੱਚ ਹੋ ਤਾਂ ਕੈਨੇਡੀਅਨ ਐਕਸਪੀਰੀਅੰਸ ਹੀ ਮੰਗਣਗੇ, ਆਸਟ੍ਰੇਲੀਆ 'ਚ ਹੋ ਆਸਟ੍ਰੇਲੀਅਨ ਐਕਸਪੀਰੀਅੰਸ ਹੀ ਮੰਗਣਗੇ, ਹੈ ਨਾ। ਅਤੇ ਜੇ ਇੰਡੀਆ ਵਿੱਚ ਹੋ ਤਾਂ ਇੰਡੀਅਨ ਐਕਸਪੀਰੀਅੰਸ ਹੀ ਮੰਗਣਗੇ, ਹੈ ਨਾ, ਤਾਂ ਕਿ ਤੁਸੀਂ ਉੱਥੇ ਦੀ ਮਾਰਕੀਟ ਰਿਸਰਚ, ਮਾਰਕੀਟ ਐਨਾਲਿਸਿਸ ਕੀਤੀ ਕਿ ਨਹੀਂ ਕੀਤੀ, ਲੋਕਾਂ ਨਾਲ ਜਾਣੂ ਹੈਗੇ ਹੋ ਨਹੀਂ ਹੈਗੇ ਹੋ, ਕੰਮ ਕਰਨਾ ਆਉਂਦਾ ਕਿ ਨਹੀਂ ਆਉਂਦਾ, ਹੈ ਨਾ, ਸਟੈਂਡਰਡਸ ਨੂੰ ਸਮਝਦੇ ਹੋ ਕਿ ਨਹੀਂ ਸਮਝਦੇ ਹੋ, ਮਾਰਕੀਟ ਕੀ ਚਾਹੁੰਦੀ, ਮਾਰਕੀਟ ਦੀ ਡਿਮਾਂਡ ਕੀ ਹੈ, ਸਪਲਾਈ ਕੀ ਹੈ ਨਾ, ਮੈਂਟਲ ਥਾਟ ਪ੍ਰੋਸੈਸ ਕੀ ਚੱਲਦਾ ਹੈ, ਇਹ ਸਾਰੀ ਚੀਜ਼ਾਂ ਇਨਵੋਲਵਡ ਹੁੰਦੀਆਂ। ਤਾਂ ਤੁਸੀਂ ਜਦੋਂ ਆਪਣੇ ਅੰਦਰ ਆਪਣਾ ਸਬੂਤ ਪੈਦਾ ਕਰੋਗੇ ਤਾਂ ਤੁਸੀਂ ਉਹਦੇ ਵਾਸਤੇ ਆਪਣਾ ਪੇਜ ਸੈਟਅਪ ਕਰੋ, ਇੰਸਟਾਗ੍ਰਾਮ 'ਤੇ, ਯੂਟਿਊਬ 'ਤੇ, ਗੂਗਲ 'ਤੇ, ਫੇਸਬੁੱਕ 'ਤੇ, ਅਤੇ ਆਪਣੇ ਟੈਸਟੀਮੋਨੀਅਲਸ ਨੂੰ ਪੋਸਟ ਕਰੋ। ਹੌਲੀ ਹੌਲੀ ਕੀ ਹੋਏਗਾ, ਤੁਸੀਂ ਛੋਟੇ ਲੈਵਲ ਤੋਂ ਸ਼ੁਰੂ ਕਰੋਗੇ, ਲੋਕਾਂ ਨਾਲ ਕਨੈਕਟ ਕਰੋ, ਹੈ ਨਾ, ਹੈਲਪ ਪੀਪਲ ਆਊਟ, ਜੈਨੂਅਨਲੀ ਹੈਲਪ ਪੀਪਲ ਆਊਟ, ਇਮਾਨਦਾਰੀ ਨਾਲ ਲੋਕਾਂ ਦੀ ਮਦਦ ਕਰੋ, ਕਿਸੇ ਨਾਲ ਧੱਕਾ ਨਾ ਕਰੋ, ਧੋਖਾ ਨਾ ਕਰੋ, ਹੱਕ ਦੀ ਕਮਾਈ ਕਰੋ, ਠੀਕ ਹੈ ਨਾ। ਅਤੇ ਬੰਦੇ ਨੂੰ ਖੁਸ਼ ਕਰੋ, ਆਪਣੇ ਕਲਾਇੰਟ ਨੂੰ, ਕਿਉਂਕਿ ਅਗਰ ਤੁਹਾਡੇ ਕੋਲੋਂ ਤੁਹਾਡਾ ਕਲਾਇੰਟ ਖੁਸ਼ ਹੈ ਤਾਂ ਇਹਦਾ ਮਤਲਬ ਹੈ ਵੀ ਤੁਹਾਨੂੰ ਉਹ 2 ਬੰਦੇ ਹੋਰ ਲੈ ਕੇ ਦੇਊਗਾ ਉਸੇ ਫੀਲਡ 'ਚੋਂ ਹੀ, ਵੀ ਇਹਨਾਂ ਦਾ ਵੀ ਕੰਮ ਕਰਾ ਦਿਓ। ਹੁਣ ਕੀ ਹੋਏਗਾ ਵੀ ਜੇ ਤੁਸੀਂ ਉਹ ਕੰਮ ਕਰਾਉਂਦੇ ਹੋ ਤਾਂ ਓਬਵੀਅਸਲੀ ਤੁਹਾਡੀ ਕਲਾਇੰਟੇਜ ਵਧੂਗੀ, ਤੁਹਾਨੂੰ ਇੱਕ ਰੈਗੂਲਰ ਸਪਲਾਈ ਆਫ ਜੋ ਕਲਾਇੰਟਸ ਹੈ ਉਹ ਮਿਲਣਾ ਸ਼ੁਰੂ ਹੋ ਜਾਊਗਾ। ਜਦੋਂ ਉਹ ਆਉਣਾ ਸ਼ੁਰੂ ਹੋ ਗਿਆ, ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਊਗਾ ਵੀ ਮੈਂ ਪੂਰਾ ਦਿਨ ਬਿਜ਼ੀ ਰਹਿ ਰਿਹਾ, ਮੇਰੀ ਇੱਕ ਫਿਕਸਡ ਇਨਕਮ ਕ੍ਰੀਏਟ ਹੋ ਰਹੀ ਹੈ ਮਹੀਨੇ ਦੀ, ਠੀਕ ਹੈ। ਤਾਂ ਜਦੋਂ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਨਾ, ਫਿਰ ਤੁਹਾਡੇ ਅੰਦਰ ਜੋ ਕੌਨਫੀਡੈਂਸ ਆਏਗਾ ਨਾ, ਉਹ ਤੁਹਾਨੂੰ ਕੋਈ ਚੀਜ਼ ਨਹੀਂ ਦੇ ਸਕਦੀ। ਕੌਨਫੀਡੈਂਸ ਕੁਝ ਕਰਕੇ ਆਉਂਦਾ। ਇਹ ਮੋਟੀਵੇਸ਼ਨਲ ਟਾਕਸ ਜਿਹੜੀ ਤੁਸੀਂ ਸੁਣਦੇ ਰਹਿੰਦੇ ਹੋ ਨਾ, ਇਹਦੇ ਨਾਲ ਕੁਝ ਨਹੀਂ ਬਣਨਾ ਹੈਗਾ। ਇਸ ਛੋਟੀ ਜਿਹੀ ਦੇਰ ਲਈ ਨਾ ਤੁਹਾਨੂੰ ਪੰਪ ਜਿਹਾ ਦੇ ਦਿੰਦੀ ਹੈ, ਗੁਬਾਰਾ ਉੱਤੇ ਜਾਂਦਾ, ਜਦੋਂ ਉਹਦੇ 'ਚੋਂ ਗੈਸ ਨਿਕਲ ਜਾਂਦੀ ਉਹ ਥੱਲੇ ਆ ਜਾਂਦਾ ਨਾ, ਬਸ ਇਹ ਉਹੀ ਕੰਮ ਆ। ਤੁਹਾਨੂੰ ਕੁਝ ਕਰਕੇ ਦਿਖਾਉਣਾ ਪਊਗਾ। ਜਦੋਂ ਤੁਸੀਂ ਕਰਕੇ ਦਿਖਾਓਗੇ, ਤੁਹਾਡੇ ਅੰਦਰ ਉਹ ਜਜ਼ਬਾ ਪੈਦਾ ਹੋਊਗਾ, ਤੁਹਾਡੇ ਅੰਦਰ ਉਹ ਰੁਤਬਾ ਪੈਦਾ ਹੋਊਗਾ, ਉਹਨੂੰ ਕਹਿੰਦੇ ਕੌਨਫੀਡੈਂਸ। ਉਹ ਕੌਨਫੀਡੈਂਸ ਐਸਾ ਹੋਊਗਾ ਜੋ ਕਿ ਤੁਹਾਨੂੰ ਅੱਗੇ ਵੱਲ ਨੂੰ ਧੱਕੂਗਾ। ਇਟ ਵਿਲ ਪ੍ਰੋਪੈਲ ਯੂ ਫੋਰਵਰਡ, ਰਾਈਟ, ਇਟ ਵਿਲ ਪੁਸ਼ ਯੂ ਫੋਰਵਰਡ। ਤਾਂ ਇੱਕ ਤੁਹਾਡੇ ਮਾਈਂਡ ਸੈੱਟ ਕ੍ਰੀਏਟ ਹੋਣਾ ਸ਼ੁਰੂ ਹੋ ਜਾਊਗਾ ਆਪਣੇ ਮਨ ਅੰਦਰ। ਅਤੇ ਜਦੋਂ ਤੁਸੀਂ ਕੰਮ 'ਚ ਪੈਂਦੇ ਹੋ, ਉਵੇਂ ਤੁਹਾਨੂੰ ਆਈਡੀਆਜ਼ ਆਉਣਗੇ ਵੀ ਮੈਂ ਇਸ ਕੰਮ ਨੂੰ, ਬਿਜ਼ਨਸ ਨੂੰ ਹੋਰ ਕਿਵੇਂ ਗਰੋ ਕਰਾਂ। ਇਹ ਮੇਰਾ ਛੋਟਾ ਜਿਹਾ ਬਿਜ਼ਨਸ ਹੈ, ਮੈਂ ਇਹਨੂੰ ਇੱਕ ਵੱਡੀ ਟੀਮ ਨਾਲ ਬਿਲਡ ਕਰਾਂ,
ਮੈਨੂੰ ਗਰੋ ਕਰਾਂ, ਮੈਨੂੰ ਇਸਟੈਬਲਿਸ਼ ਕਰਾਂ, ਮੈਨੂੰ ਬਹੁਤ ਵੱਡੇ ਲੈਵਲ ਤੇ ਲੈ ਕੇ ਜਾਣਾ, ਮੈਂ ਕਿਵੇਂ ਲੈ ਕੇ ਜਾਵਾਂ। ਠੀਕ ਹੈ, ਇਹ ਸਾਰੀ ਚੀਜ਼ਾਂ ਤੁਹਾਨੂੰ ਸਫ਼ਰ ਸਿਖਾਊਗਾ। ਇਹ ਨਹੀਂ ਹੋ ਸਕਦਾ ਪਹਿਲੇ ਦਿਨ ਤੁਸੀਂ ਬੈਠ ਕੇ ਸਾਰਾ ਕੁਝ ਦਿਮਾਗ 'ਚ ਘੜ ਕੇ ਬਹਿ ਜਾਓਗੇ ਵੀ ਮੈਂ ਇੱਦਾਂ ਦਾ ਕਰੂੰਗਾ ਤੇ ਇੱਦਾਂ ਦਾ ਹੋ ਜਾਊਗਾ ਤੇ ਮੈਂ 1 ਸਾਲ 'ਚ ਕਰੋੜਪਤੀ ਬਣ ਜਾਊਂਗਾ। ਨਹੀਂ ਹੋਣ ਲੱਗਾ, ਕਦੇ ਨਹੀਂ ਹੋਏਗਾ। ਕੋਈ ਵੀ ਸਕਿੱਲ ਹੈ ਤੁਹਾਡੇ ਅੰਦਰ, ਕੋਈ ਵੀ ਹੁਨਰ ਹੈ, ਅਗਰ ਤੁਸੀਂ ਉਸ ਹੁਨਰ ਉੱਤੇ 5 ਸਾਲ ਕੰਮ ਕਰ ਲਿੱਤਾ ਨਾ, 4-5 ਸਾਲ ਕੰਮ ਕਰ ਲਿਆ, ਤਾਂ ਤੁਹਾਨੂੰ ਉਹਦੀ ਇੱਚੀ ਬਿੱਚੀ ਪਤਾ ਚੱਲ ਜੂ, ਉਹਦੇ ਇਨਸ ਐਂਡ ਆਊਟ ਸਭ ਪਤਾ ਚੱਲ ਜੂਗਾ, ਉਹਦਾ ਦਾਇਰਾ ਪਤਾ ਚੱਲ ਜੂਗਾ ਤੇ ਤੁਹਾਨੂੰ ਫਿਰ ਕੋਈ ਬੇਵਕੂਫ ਨਹੀਂ ਬਣਾ ਸਕਦਾ, ਤੁਹਾਨੂੰ ਕੋਈ ਧੋਖਾ ਨਹੀਂ ਦੇ ਸਕਦਾ। ਤੇ ਤੁਸੀਂ ਵੀ ਜਦੋਂ ਇੰਨੇ ਹੁਨਰਵਾਨ ਬਣ ਜਾਓਗੇ ਨਾ, ਐਕਸਪੀਰੀਅੰਸ ਹੋ ਜਾਓਗੇ, ਮੇਕ ਸ਼ੋਰ ਉਦੋਂ ਵੀ ਹੱਕ ਦੀ ਕਮਾਈ ਕਰੋ, ਇਮਾਨਦਾਰੀ ਰੱਖੋ, ਕਿਸੇ ਨਾਲ ਉਦੋਂ ਵੀ ਧੋਖਾ ਨਾ ਕਰੋ, ਜੈਤੀ ਨਾ ਕਰੋ। ਦੇਖੋ ਕਿੱਥੇ ਬੰਦੇ ਨੂੰ ਲੋੜ ਹੈ, ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕਰੋ ਜਿੰਨੀ ਕਰ ਸਕਦੇ ਹੋ। ਹਮੇਸ਼ਾ ਕਦੀ ਵੀ ਧੱਕਾ ਨਾ ਕਰੋ। ਠੀਕ ਹੈ, ਤੁਸੀਂ 4 ਪੈਸੇ ਆਪਣੇ ਕਮਾਓ, ਤੁਸੀਂ ਮਿਹਨਤ ਕਾਹਦੇ ਲਈ ਕਰਦੇ ਪਏ ਹੋ? ਆਪਣੇ ਵਾਸਤੇ ਕਰ ਰਹੇ ਹੋ, ਆਪਣੇ ਪਰਿਵਾਰ ਵਾਸਤੇ ਕਰ ਰਹੇ ਹੋ, ਆਪਣੇ ਆਉਣ ਵਾਲੇ ਪਰਿਵਾਰ ਵਾਸਤੇ ਕਰ ਰਹੇ ਹੋ, ਆਪਣੇ ਬੱਚਿਆਂ ਵਾਸਤੇ ਕਰ ਰਹੇ ਹੋ, ਉਹਨਾਂ ਨੂੰ ਵਧੀਆ ਜੀਵਨ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਦੇ ਹੋ। ਕਰੋ, ਸਭ ਕਰੋ, ਪਰ ਫਿਰ ਵੀ ਧਿਆਨ ਰੱਖੋ ਵੀ ਤੁਹਾਡੀ ਜੋ ਕਮਾਈ ਹੈ ਨਾ, ਤੁਹਾਡੇ ਕੰਮ ਵਿੱਚ ਨਾ ਹਰਾਮੀ ਨਹੀਂ ਹੋਣੀ ਚਾਹੀਦੀ। ਯਾਦ ਰੱਖਿਓ, ਹਮੇਸ਼ਾ ਬਿਜ਼ਨਸ ਉਹ ਗਰੋ ਕਰਦਾ ਜਿਹਦੇ ਵਿੱਚ ਮਿਹਨਤ ਹੁੰਦੀ ਹੈ ਤੇ ਜਿਹਦੇ ਵਿੱਚ ਹੱਕ ਦਾ ਕੰਮ ਹੁੰਦਾ, ਹੱਕ ਦੀ ਕਮਾਈ ਹੁੰਦੀ। ਦੇਖੋ ਗੁਰੂ ਨਾਨਕ ਸਾਹਿਬ ਨੇ ਮਲਿਕ ਭਾਗੋ ਦੇ ਥਾਲ ਵਿੱਚੋਂ ਉਹਦੀ ਰੋਟੀ ਨੂੰ ਜਦੋਂ ਸਕਵੀਜ਼ ਕੀਤਾ ਸੀ ਨਾ, ਨਿਚੋੜਿਆ ਸੀ, ਤਾਂ ਉਹਦੇ 'ਚੋਂ ਖੂਨ ਨਿਕਲਿਆ ਸੀ। ਉਹਦੇ 36 ਪਕਵਾਨ ਸੀਗੇ। ਤੇ ਜਿਹੜਾ ਭਾਈ ਲਾਲੋ ਜੀ ਸੀਗੇ, ਬਹੁਤ ਗਰੀਬ ਸੀਗੇ, ਬਹੁਤ ਗਰੀਬ ਸੀਗੇ, ਵਿਚਾਰਿਆਂ ਕੋਲ ਇੱਕ ਰੋਟੀ ਨਹੀਂ ਸੀ ਜੁੜਦੀ ਆਪਣੇ ਯੋਗ, ਉਹਦੇ 'ਚੋਂ ਵੀ ਉਹਨਾਂ ਨੇ ਅੱਧੀ ਰੋਟੀ ਗੁਰੂ ਨਾਨਕ ਦੇਵ ਜੀ ਨੂੰ ਦਿੱਤੀ। ਤਾਂ ਉਹਨਾਂ ਨੇ ਜਦੋਂ ਨਿਚੋੜੀ ਸੀ ਨਾ ਤੇ ਦੁੱਧ ਨਿਕਲਿਆ ਸੀਗਾ। ਤਾਂ ਯਾਦ ਰੱਖਣਾ, ਤੁਹਾਡੀ ਰੋਟੀ ਜਿਹੜੀ ਤੁਸੀਂ ਕਮਾ ਰਹੇ ਹੋ ਉਹ ਹੱਕ ਦੀ ਹੋਵੇ, ਉਹਦੇ 'ਚੋਂ ਦੁੱਧ ਨਿਕਲਣਾ ਚਾਹੀਦਾ। ਅਗਰ ਉਹਦੇ 'ਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਨਾ, ਤਾਂ ਤੁਹਾਨੂੰ ਕਿਤੇ ਥਾਂ ਨਹੀਂ ਮਿਲਣੀ। ਤੇ ਜਿਹੜਾ ਇਹ ਖੂਨ ਹੈ ਨਾ, ਇਹ ਹੈਗਾ ਵੀ ਤੁਸੀਂ ਲੋਕਾਂ ਦਾ ਖੂਨ ਚੂਸਿਆ ਹੈ। ਠੀਕ ਹੈ, ਤੇ ਜੇ ਤੁਸੀਂ ਲੋਕਾਂ ਦਾ ਖੂਨ ਚੂਸਣ ਦੇ ਵਿੱਚ ਲੱਗ ਗਏ ਆਪਣੇ ਬਿਜ਼ਨਸ ਨੂੰ ਗਰੋ ਕਰਨ ਵਾਸਤੇ, ਮਤਲਬ ਤੁਸੀਂ ਐਕਸਪਲੋਇਟੇਸ਼ਨ 'ਚ ਇਨਵੋਲਵ ਹੋ ਗਏ, ਤਾਂ ਪਹਿਲੀ ਗੱਲ ਤੁਹਾਡਾ ਬਿਜ਼ਨਸ ਬਾਲੀ ਦੇਰ ਲਈ ਸਟੈਂਡ ਨਹੀਂ ਕਰੇਗਾ, ਇਟ ਵਿਲ ਬੀ ਅ ਗ੍ਰੇਟ ਫਾਲ। ਠੀਕ ਹੈ, ਦੂਸਰੀ ਗੱਲ, ਇਹ ਜਿਹੜੀ ਹਰਾਮਪੁਣਾ ਹੁੰਦਾ ਨਾ, ਇਹ ਤੁਹਾਡੇ ਪਰਿਵਾਰ 'ਚੋਂ ਹੀ ਨਿਕਲੂਗਾ ਫਿਰ, ਤਾਂ ਉਹ ਭੁਗਤਣਾ ਤੁਹਾਨੂੰ ਜ਼ਿਆਦਾ ਪਊਗਾ। ਤਾਂ ਮੈਂ ਇਹ ਤਾਂ ਇਹਨਾਂ ਡੀਪਰ ਕੰਟੈਕਸਟ ਨੂੰ ਨਾਲ ਜੋੜ ਰਿਹਾ, ਕਿਉਂਕਿ ਅਗਰ ਤੁਸੀਂ ਇਸ ਚੀਜ਼ ਨੂੰ ਆਪਣੀ ਤਰੱਕੀ 'ਚੋਂ ਕੱਢ ਦੋਗੇ ਨਾ, ਰਸਤੇ 'ਚ ਆਉਣ ਹੀ ਨਹੀਂ ਦਿਓਗੇ, ਇਹਦੀ ਛਤਰਛਾਏ 'ਚ ਰਹੋਗੇ ਹੀ ਨਹੀਂ, ਤਾਂ ਅਸਲੀ 'ਚ ਸਕਿੱਲ ਜਿਹੜੀ ਡਿਵੈਲਪਮੈਂਟ ਹੁੰਦੀ ਨਾ, ਇੱਕ ਬਿਜ਼ਨਸ ਨੂੰ ਲੀਡ ਕਰਦੀ ਹੈ, ਐਮਪਾਇਰ ਸੈਟਅਪ ਹੁੰਦੇ ਨੇ, ਇਹ ਉਦੋਂ ਹੀ ਪੋਸੀਬਲ ਹੋ ਪਾਉਂਦਾ ਹੈ। ਤਾਂ ਤੁਸੀਂ ਵੀ ਗਰੋ ਕਰੋਗੇ, ਤੁਸੀਂ ਆਪਣੀਆਂ ਪੁਸ਼ਤਾਂ ਨੂੰ ਵੀ ਗਰੋ ਕਰਾ ਕੇ ਲੈ ਕੇ ਜਾਓਗੇ। ਤਾਂ ਪਰਮਾਤਮਾ ਵੀ ਭਾਗ ਲਾਉਂਦਾ ਮਿਹਨਤਾਂ ਨੂੰ। ਹਮੇਸ਼ਾ ਮਿਹਨਤ ਕਰੋ, ਇਮਾਨਦਾਰੀ ਰੱਖੋ ਤੇ ਆਪਣੀ ਸਕਿੱਲ ਉੱਤੇ ਕੰਮ ਕਰਦੇ ਰਹੋ। ਇੱਕ ਸਕਿੱਲ ਤੁਸੀਂ ਕੁਝ ਸਾਲਾਂ ਲਈ ਸਿੱਖੋਗੇ, ਉਹ 'ਚ ਪੱਕੇ ਹੋ ਜਾਓਗੇ। ਠੀਕ ਹੈ, ਉਹਦੇ ਨਾਲ ਦੇ ਸਕਿੱਲਸ ਦੇਖੋ। ਜਿਵੇਂ ਮੈਂ ਇੰਗਲਿਸ਼ ਦੇ ਵਿੱਚ ਵਧੀਆ ਹੈ ਨਾ, ਤਾਂ ਮੈਂ ਲੋਕਾਂ ਨੂੰ ਟ੍ਰੇਨ ਕਰ ਰਿਹਾ, ਆਇਲਸ, PT, ਟੋਫਲ। ਸੋ ਮੈਂ ਪਹਿਲਾਂ ਆਇਲਸ ਵੀ ਸਿੱਖਿਆ ਕਿੱਦਾਂ ਟ੍ਰੇਨ ਕਰਨਾ, ਫਿਰ ਮੈਂ PT ਸਿੱਖਿਆ, ਸੋ ਉਹ ਵੀ ਗਾਹਕ ਬਣ ਗਿਆ। ਠੀਕ ਹੈ, ਮੈਂ SELP ਵੀ ਸਿੱਖਿਆ, ਮੈਂ ਟੋਫਲ ਵੀ ਸਿੱਖਿਆ, ਮੈਂ SOPs ਕਿੱਦਾਂ ਬਿਲਡ ਕਰਨੀਆਂ ਨੇ ਉਹ ਵੀ ਸਿੱਖੀਆਂ, ਮੈਂ ਪ੍ਰੂਫ ਰੀਡਿੰਗ ਕਿੱਦਾਂ ਕਰਨੀ ਹੈ ਉਹ ਵੀ ਸਿੱਖੀਆਂ, ਕੰਟੈਂਟ ਕ੍ਰੀਏਸ਼ਨ ਕਰਨੀ ਹੈ, ਟਰਾਂਸਲੇਸ਼ਨ ਕਰਨੀ ਹੈ। ਮੇਰੀ ਗੱਲ ਸਮਝ ਰਹੇ ਹੋ? ਸੋ ਇੱਦਾਂ ਤੁਹਾਡੇ ਕੋਲ ਬਹੁਤ ਕੁਝ ਹੁੰਦਾ, ਤੁਸੀਂ ਆਪਣੇ ਆਪ ਨੂੰ ਹੋਰ ਰੀਡਿਸਕਵਰ ਕਰਦੇ ਜਾਂਦੇ ਹੋ। ਤਾਂ ਆਪਣੀ ਸਕਿੱਲਸ ਨੂੰ ਵਧਾਉਂਦੇ ਜਾਓ, ਆਪਣੇ ਬਿਜ਼ਨਸ ਨੂੰ ਵਧਾਉਂਦੇ ਜਾਓ। ਤੇ ਅੱਜ ਦੇ ਜ਼ਮਾਨੇ 'ਚ ਤਾਂ ਬਹੁਤ ਸੌਖਾ ਆ ਆਪਣੇ ਕੰਮ ਨੂੰ ਸ਼ੋਕੇਸ ਕਰਨਾ, ਲੋਕਾਂ ਮੂਹਰੇ ਪਰੋਸਣਾ, ਕਿਉਂਕਿ ਅੱਜ ਇੰਟਰਨੈਟ ਦਾ ਜ਼ਮਾਨਾ ਆ, ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਤੁਸੀਂ ਈਜ਼ੀਲੀ ਆਪਣੇ ਗਾਹਕ ਦੇ ਨਾਲ ਕਨੈਕਟ ਕਰ ਸਕਦੇ ਹੋ। ਤੇ ਇੰਨਾ ਸੌਖਾ ਟਾਈਮ ਕਦੀ ਨਹੀਂ ਹੋਊਗਾ, ਅੱਜ ਹੀ ਹੈ। ਸਾਡੇ ਮਾਪਿਓ ਦੇ ਟਾਈਮ 'ਤੇ ਨਾ ਉਹਨਾਂ ਕੋਲ ਫੋਨ ਸੀ, ਨਾ ਉਹਨਾਂ ਦੇ ਟਾਈਮ 'ਤੇ ਇੰਟਰਨੈਟ ਸੀ, ਤੇ ਨਾ ਉਹਨਾਂ ਦੇ ਟਾਈਮ 'ਤੇ ਇੰਨਾ ਸੌਖਾ ਹੁੰਦਾ ਸੀ ਕਨੈਕਟ ਕਰਨਾ। ਬੈਕ ਦੈਨ ਜਿਨ੍ਹਾਂ ਦੇ ਮਾਪਿਓ 1960 ਵਿੱਚ ਜੰਮੇ ਨੇ, ਜਾਂ 17 'ਚ ਜੰਮੇ ਨੇ, ਜਾਂ 50 'ਚ ਜੰਮੇ ਨੇ, back then India was a very poor country. You got to understand this thing. Now India is not a poor country, India is a rich country. ਸਭ ਸਹੂਲਤਾਂ ਨੇ ਉਹਨਾਂ ਅੱਜ ਸਾਡੇ ਕੋਲ, ਸਾਡੇ ਮਾਪੇ ਕੋਲ ਨਹੀਂ ਸੀਗੀਆਂ। ਤੇ ਜੇ ਤੁਸੀਂ ਅੱਜ ਵੀ ਕੰਪਲੇਨ ਕਰ ਰਹੇ ਹੋ ਨਾ ਵੀ ਮੇਰੇ ਤੋਂ ਇਹ ਨਹੀਂ ਹੋ ਰਿਹਾ, ਮੈਨੂੰ ਪੈਸੇ ਦੇ ਦਿਓ, ਮੇਰੇ ਤੇ ਇਨਵੈਸਟ ਕਰ ਦਿਓ, ਹੈ ਨਾ, ਤਾਂ ਇਹ ਗਲਤ ਗੱਲ ਹੈ। ਤੁਸੀਂ ਆਪਣਾ ਹੁਨਰ ਪੈਦਾ ਕਰੋ, ਕੁਝ ਕਰਕੇ ਦਿਖਾਓ ਉਹਨਾਂ ਨੂੰ। ਜਦੋਂ ਤੁਸੀਂ ਕੁਝ ਕਰਕੇ ਦਿਖਾਉਂਦੇ ਹੋਵੋਗੇ ਨਾ, ਤੁਹਾਡੇ ਪੇਰੈਂਟਸ ਤੁਹਾਡੇ 'ਤੇ ਫਖਰ ਕਰਨਗੇ, ਬਹੁਤ ਖੁਸ਼ ਹੋਣਗੇ ਵੀ ਮੇਰਾ ਪੁੱਤਰ ਆਹ ਕੰਮ ਕਰ ਰਿਹਾ ਹੈਗਾ, ਹੈ ਨਾ। ਆਪਣੇ ਪੈਰਾਂ 'ਤੇ ਖੜੇ ਹੋਵੋ, ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਆਪਣੇ ਪੈਰਾਂ 'ਤੇ ਖੜਾ ਕਰੇ। ਮੇਰੀ ਅਰਦਾਸ ਹੈ ਤੁਹਾਡੇ ਪੇਰੈਂਟਸ ਤੁਹਾਡੇ 'ਤੇ ਦੇਖ ਕੇ ਫਖਰ ਕਰਨ, ਤੇ ਮੇਕ ਸ਼ੋਰ ਉਹ ਜਿਹੜਾ ਫਖਰ ਹੈ ਨਾ, ਉਹਨੂੰ ਜ਼ਿੰਦਗੀ ਭਰ ਕਾਇਮ ਰੱਖਿਓ। ਕਿਉਂਕਿ ਧੋਖਾ ਨਹੀਂ ਹੋਣਾ ਚਾਹੀਦਾ ਜ਼ਿੰਦਗੀ 'ਚ, ਕਦੀ ਕਿਸੇ ਨੂੰ ਧੋਖਾ ਨਾ ਦਿਓ, ਤਾਂ ਹਮੇਸ਼ਾ ਉਹ ਫਖਰ ਸਿਰ ਉੱਚਾ ਹੀ ਰਹੂਗਾ। ਕਿਉਂਕਿ ਜਦੋਂ ਧੋਖਾ ਹੁੰਦਾ ਨਾ, ਤਾਂ ਸਾਰਿਆਂ ਦੇ ਸਾਹਮਣੇ ਜਦੋਂ ਬੇਇੱਜ਼ਤੀ ਹੁੰਦੀ ਹੈ, ਤਾਂ ਤੁਹਾਡੇ ਜਦੋਂ ਮਾਂ-ਬਾਪ ਦੀ
ਨੱਕ ਕੱਟੀ ਜਾਂਦੀ ਨਾ, ਜਦੋਂ ਉਹਨਾਂ ਦਾ ਸਿਰ ਝੁਕਿਆ ਹੁੰਦਾ ਆ, ਉਹ ਸਭ ਤੋਂ ਵੱਡੀ ਬੇਇੱਜ਼ਤੀ ਹੁੰਦੀ ਹੈ। ਮੇਕ ਸ਼ੋਰ ਉਹ ਨਾ ਤੁਸੀਂ ਕਦੀ ਹੋਣ ਦਿਓ। ਤਾਂ ਇਹ ਇੱਕ ਤਰੀਕਾ ਆ ਆਪਣੇ ਬਿਜ਼ਨਸ ਨੂੰ ਪਹਿਲਾਂ ਤਾਂ ਕ੍ਰੀਏਟ ਕਰਨ ਦਾ, ਦੂਜਾ ਇਹੀ ਬਿਜ਼ਨਸ ਨੂੰ ਇੱਕ ਵੱਡੇ ਲੈਵਲ 'ਤੇ ਲਿਜਾਣ ਦਾ। ਇਸ ਚੀਜ਼ ਨੂੰ ਤੁਸੀਂ ਯਾਦ ਰੱਖਿਓ। ਤਾਂ ਮੇਕ ਯੋਰ ਸਕਿੱਲ, train yourself, add more skills that are relevant to your existing skill, and then keep on growing your business. ਜਿਵੇਂ ਪਹਿਲਾਂ ਇੱਕ ਬੰਦਾ ਇੱਕ ਕਰਿਆ ਆਪਣਾ ਦੁਕਾਨ ਪਾਉਂਦਾ ਆ, ਦੁਕਾਨ 'ਚ ਗਰੋ ਕਰਦਾ ਹੈ, ਮੇਕ ਸ਼ੋਰ ਕਰਦਾ ਮੇਰਾ ਪ੍ਰੋਫਿਟ 100% ਹੋਵੇ। ਜਦੋਂ ਦੁਕਾਨ ਚੱਲਣੀ ਸ਼ੁਰੂ ਹੋ ਜਾਂਦੀ, ਉਹ ਇੱਕ ਦੁਕਾਨ ਤੋਂ ਦੂਜੀ ਦੁਕਾਨ ਪਾਉਂਦਾ ਹੈ, ਪਰ ਉਹ ਦੂਜੀ ਦੁਕਾਨ 'ਤੇ ਬਹਿੰਦਾ ਨਹੀਂ ਹੈ, ਉਹ ਫਿਰ ਪਹਿਲੀ ਦੁਕਾਨ 'ਤੇ ਹੀ ਬਹਿੰਦਾ ਆ, ਉੱਥੇ ਧੂਫ ਬੱਤੀ ਕਰਦਾ ਆ, ਉੱਥੇ ਹੀ ਗਾਹਕੀ ਸੰਭਾਲਦਾ ਆ। ਦੂਜੀ ਦੁਕਾਨ 'ਤੇ ਕਿਸੇ ਹੋਰ ਨੂੰ ਬਿਠਾਏਗਾ, ਕਿਉਂਕਿ ਪਹਿਲੀ ਦੁਕਾਨ ਤੋਂ ਦੂਜੀ ਦੁਕਾਨ ਬਣੀ ਹੈ ਨਾ, ਇਸ ਕਰਕੇ ਪਹਿਲੀ ਦੁਕਾਨ ਨਹੀਂ ਛੱਡਣੀ। ਤਾਂ ਪਹਿਲੀ ਸਕਿੱਲ ਨਾ ਛੱਡਿਓ, ਦੂਜੀ ਸਕਿੱਲ ਜੇ ਗੇਨ ਕਰ ਵੀ ਲਈ ਹੈ ਤਾਂ ਇੱਦਾਂ ਸਿੱਖਦੇ ਜਾਓ। ਹੁਣ ਇਸ ਵੀਡੀਓ ਦੇ ਵਿੱਚ ਜੋ ਮੈਂ ਆਪਣੀ ਲਿਮਿਟਿਡ ਨੌਲੇਜ ਦੇ ਵਿੱਚੋਂ, ਵਿਜ਼ਡਮ 'ਚੋਂ ਤੁਹਾਨੂੰ ਜੋ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਇਹਦੇ ਨਾਲ ਅਗਰ ਤੁਸੀਂ ਰਿਲੇਟ ਕਰ ਪਾਉਂਦੇ ਹੋ, ਅਗਰ ਕੋਈ ਬੰਦਾ ਇੱਥੇ ਪਹੁੰਚਿਆ ਹੈ ਜੋ ਇਸ ਰਸਤੇ 'ਚੋਂ ਨਿਕਲਿਆ ਹੈ, ਤਾਂ ਜ਼ਰੂਰ ਆਪਣੇ ਕਮੈਂਟਸ ਵੀ ਸ਼ੇਅਰ ਕਰਿਓ, ਆਪਣੀ ਜਰਨੀ ਬਾਰੇ ਵੀ ਦੱਸਿਓ ਵੀ ਤੁਸੀਂ ਕਿੱਦਾਂ ਕੀਤਾ, ਤੇ ਇਹ ਦੱਸੋ ਵੀ ਮੈਂ ਜੋ ਗੱਲ ਦੱਸ ਰਿਹਾ ਉਹ ਠੀਕ ਲੱਗੀ ਤੁਹਾਨੂੰ ਕਿ ਨਹੀਂ ਲੱਗੀ, ਹੈ ਨਾ। ਤਾਂ ਕਿ ਤੁਸੀਂ ਅਗਰ ਇਸ ਚੀਜ਼ ਨੂੰ ਇੰਡੋਰਸ ਕਰਦੇ ਹੋ, ਦੱਸਦੇ ਹੋ ਵੀ ਮੈਂ ਜੋ ਕਹਿ ਰਿਹਾ ਉਹ ਠੀਕ ਹੈ, ਮੇਰੀ ਗੱਲ 'ਚ ਵਜ਼ਨ ਹੈ, ਤਾਂ ਲੋਕਾਂ ਨੂੰ ਵਿਸ਼ਵਾਸ ਹੋਊਗਾ। ਬਾਕੀ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਵਿਸ਼ਵਾਸ ਹੋਊਗਾ, ਉਹਨਾਂ ਨੂੰ ਭਰੋਸਾ ਹੋਊਗਾ, ਉਹਨਾਂ ਨੂੰ ਇੰਸਪੀਰੇਸ਼ਨ ਮਿਲੂਗੀ ਵੀ ਮੈਂ ਵੀ ਕੁਝ ਕਰ ਸਕਦਾ, ਮੈਨੂੰ ਇਹਦਾ ਕੁਝ ਕਰਨਾ ਚਾਹੀਦਾ। ਤੇ ਜਿਹੜੇ ਲੋਕ ਇਸ ਸਫ਼ਰ 'ਤੇ ਹੁਣ ਸ਼ੁਰੂ ਹੋਣ ਲੱਗੇ ਨੇ, ਬਸ ਵੇਟ ਹੀ ਕਰ ਰਹੇ ਸੀਗੇ, ਹੈ ਨਾ, ਕਿਸੇ ਤੋਂ ਪਰਮਿਸ਼ਨ ਲੈਣ ਲਈ, ਤਾਂ ਸ਼ੁਰੂ ਕਰੋ। ਤੁਹਾਨੂੰ ਬੈਸਟ ਆਫ ਲੱਕ, ਤੁਹਾਨੂੰ ਬੈਸਟ ਆਫ ਯੋਰ ਐਫਰਟਸ ਜੀ। ਸੱਦ ਕੇ ਅੱਗੇ ਵਧੋ ਜ਼ਿੰਦਗੀ ਦੇ ਵਿੱਚ, ਕੰਮ ਕਰੋ। ਔਕੜਾਂ ਕਿਹੜੇ ਕੰਮ 'ਚ ਨਹੀਂ ਆਉਂਦੀਆਂ, ਪਰ ਜੇ ਕੰਮ 'ਚ ਤੁਰੋਗੇ ਨਹੀਂ, ਪੈਰ ਪੁੱਟੋਗੇ ਨਹੀਂ, ਤਾਂ ਕੁਝ ਆਊਗਾ ਹੀ ਨਹੀਂ ਜ਼ਿੰਦਗੀ 'ਚ, ਸਭ ਕੁਝ ਰਹਿ ਜਾਊਗਾ। ਜਿਹੜੀਆਂ ਓਪਰਚੁਨਿਟੀਜ਼ ਤੁਹਾਡੇ ਵਾਸਤੇ ਪਰਮਾਤਮਾ ਨੇ ਲਿਖੀਆਂ ਸਨ, ਉਹ ਓਪਰਚੁਨਿਟੀਜ਼ ਨੂੰ ਤੁਸੀਂ ਗ੍ਰੈਸਪ ਹੀ ਨਹੀਂ ਕਰ ਪਾਓਗੇ ਜਦ ਤੱਕ ਤੁਸੀਂ ਤੁਰੋਗੇ ਨਹੀਂ ਉਹਦੇ ਵੱਲ। ਉਹ ਤਾਂ ਸਾਰੀਆਂ ਰਹਿ ਜਾਣਗੀਆਂ ਨਾ ਪਿੱਛੇ ਹੀ, ਉਹ ਤੁਹਾਡੇ ਨਾਲ ਹੀ ਮਰ ਜਾਣਗੀਆਂ। ਤਾਂ ਜਿੰਨਾ ਚਿਰ ਇਸ ਜੀ 'ਚ ਜਾਨ ਹੈ, ਉਹਨਾਂ ਚਿਰ ਆਪਣੇ ਵਾਸਤੇ ਕੁਝ ਕਰੋ। ਤੇ ਜੋ ਪਰਮਾਤਮਾ ਨੇ ਤੁਹਾਡੇ ਵਾਸਤੇ ਚੀਜ਼ਾਂ ਲਿਖੀਆਂ ਨੇ ਜ਼ਿੰਦਗੀ 'ਚ, ਤੁਹਾਨੂੰ ਮਿਲਣਾ ਹੈਗਾ, ਉਹ ਤੁਹਾਨੂੰ ਮਿਲ ਕੇ ਹੀ ਰਹਿਣਾ। ਕੋਈ ਮਾਈ ਦਾ ਲਾਲ ਰੋਕ ਨਹੀਂ ਸਕਦਾ, ਖੋ ਨਹੀਂ ਸਕਦਾ, ਪਰ ਮੇਕ ਸ਼ੋਰ ਤੁਸੀਂ ਪੈਰ ਪੁੱਟੋ। ਜਿੱਦਣ ਤੁਸੀਂ ਪੈਰ ਪੁੱਟ ਲਿਆ ਆਪਣੇ ਕੰਮ ਵਾਸਤੇ, ਆਪਣੇ ਸਕਿੱਲ ਨੂੰ ਪੈਦਾ ਕਰਨ ਵਾਸਤੇ, ਆਪਣੇ ਬਿਜ਼ਨਸ ਨੂੰ ਗਰੋ ਕਰਨ ਵਾਸਤੇ, ਅੱਧਾ ਕੰਮ ਤਾਂ ਸੋਚੋ ਉਦੋਂ ਹੋ ਹੀ ਗਿਆ। ਸੋ ਇਹ ਅਗਰ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਹਨੂੰ ਜ਼ਰੂਰ ਲਾਈਕ ਕਰੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਇਹ ਵੀਡੀਓ ਕਿਸੇ ਦੇ ਕੰਮ ਆ ਸਕਦੀ ਹੈ ਤਾਂ ਪਲੀਜ਼ ਉਹਨਾਂ ਨਾਲ ਵੀ ਸ਼ੇਅਰ ਕਰਿਓ। ਸਾਡਾ ਪੇਜ ਇੰਸਟਾਗ੍ਰਾਮ 'ਤੇ ਵੀ ਹੈ optimistic_ਸਰਦਾਰ ਦੇ ਨਾਮ ਤੋਂ, ਤੇ ਮੈਂ ਉਹਦਾ ਲਿੰਕ ਵੀ ਕੈਪਸ਼ਨ 'ਚ ਪਾ ਦਿਆਂਗਾ। ਅਗਰ ਤੁਸੀਂ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ, ਫੋਲੋ ਕਰਨਾ ਚਾਹੁੰਦੇ ਹੋ, ਸਾਨੂੰ ਜ਼ਰੂਰ ਉੱਥੇ ਵੀ ਕਰ ਸਕਦੇ ਹੋ। ਆਪਾਂ ਇੰਗਲਿਸ਼ ਰਿਲੇਟਡ, ਆਇਲਸ ਰਿਲੇਟਡ, PT ਰਿਲੇਟਡ ਕੋਈ ਵੀ ਕੰਟੈਂਟ ਹੈ ਉਹਨੂੰ ਉੱਥੇ ਪੋਸਟ ਕਰਦੇ ਰਹਿੰਦੇ ਹਾਂ। ਸੋ ਯੂ ਕੈਨ ਚੈੱਕ ਆਊਟ ਆਵਰ ਪੇਜ, you can subscribe to this channel as well, and thanks for watching up until here. See you in the next video. Bye.